ਗਈ ਨਹੀਂ ਹਜੇ ਤੱਕ, ਇੱਥੇ ਹੀ ਬੈਠੀ ਆ। ਤੈਨੂੰ ਕੀ ਤਕਲੀਫ ਆ? ਨਾਲੇ ਮੈਂ ਆਪਣਾ ਘਰ ਛੱਡ ਕੇ ਕਿਉਂ ਜਾਵਾਂ? ਤੁਸੀਂ ਘਰੋਂ ਪੈਰ ਨਹੀਂ ਪੱਟਣਾ। ਜੇ ਇੱਕ ਵਾਰੀ ਘਰੋਂ ਪੈਰ ਪੱਟ ਲਿਆ ਤੇ ਦੁਬਾਰਾ ਧਰਨਾ ਬਹੁਤ ਔਖਾ ਹੋ ਜਾਂਦਾ। ਉਹ ਰੋਜੀ ਭਾਬੀ ਤਾਂ ਮਿੰਦੋ ਭਾਬੀ ਨੂੰ ਦੇਖ ਕੇ ਜਰਦੀ ਨਹੀਂ, ਨਿਆਣਿਆਂ ਤੱਕ ਦੀ ਗੱਲ ਤਾਂ ਬਹੁਤ ਦੂਰ ਆ। ਕੌਣ ਲੈ ਕੇ ਆਇਆ ਉਹਨੂੰ ਵਾਪਸ? ਤੁਸੀਂ ਲੈ ਕੇ ਆਏ ਹੋ ਨਾ, ਜ਼ਿਆਦਾ ਹੀ ਕੁਛ ਹੇਜ ਮਾਰਦਾ ਤੁਹਾਨੂੰ ਉਹਦਾ। ਕੀ ਹੈ ਇਹਦੇ ਚ? ਸਲੀਕੇ ਨਾਲ ਗੱਲ ਕਰਦੀ ਆ ਮੇਰੀ ਜੁੱਤੀ। ਤਾਂ ਇਸ ਘਰ ਚ ਤੈਨੂੰ ਮੰਮੀ ਲੈ ਕੇ ਆਏ ਨੇ। ਆਹ ਗੱਲ ਤਾਂ ਨਹੀਂ ਮੈਂ ਕਿਸੇ ਨਾਲ ਕਰਦੀ, ਨਹੀਂ ਤਾਂ ਮੇਰੀ ਬਹੁਤ ਬੇਇੱਜ਼ਤੀ ਹੋ ਜਾਣੀ ਆ। ਸਭ ਨੇ ਕਹਿਣਾ ਵੀ ਰੋਜੀ ਨੇ ਕੁਝ ਕੀਤਾ ਨਹੀਂ। ਪਹਿਲਾਂ ਮੰਮੀ ਨਾਲੇ ਗੱਲ ਕਰਾਂ ਜਿਹੜੀ ਤੈਨੂੰ ਇਸ ਘਰ ਚ ਵਾਪਸ ਲੈ ਕੇ ਆਈ ਆ। ਤੈਨੂੰ ਤਾਂ ਮੈਂ ਬਾਅਦ ਚ ਦੱਸੂ। ਮੈਂ ਸੁਣਿਆ ਦੇਵ ਤੇ ਮਿੰਦੋ ਨੂੰ ਤੁਸੀਂ ਵਾਪਸ ਲੈ ਕੇ ਆਏ ਹੋ। ਹਾਂ, ਮੈਂ ਲੈ ਕੇ ਆਈ ਆ ਰੋਜੀ। ਮਾੜੇ ਮੋਟੇ ਗੁੱਸੇ ਗਿੱਲੇ ਤਾਂ ਹਰ ਇੱਕ ਘਰ ਦੇ ਵਿੱਚ ਹੁੰਦੇ ਨੇ। ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਮੇਰੀ ਮੰਨ ਲਈ, ਆ ਗਏ ਵਾਪਸ। ਮੰਮੀ ਉਹਨਾਂ ਨੇ ਤਾਂ ਤੁਹਾਡਾ ਕਹਿਣਾ ਮੰਨ ਲਿਆ, ਪਰ ਹੁਣ ਤੁਹਾਡੇ ਨਾਲ ਕੀ ਹੋ ਸਕਦਾ? ਤੁਸੀਂ ਇਹ ਗੱਲ ਸੋਚੀ ਆ? ਦੇਖ ਰੋਜੀ, ਨਾ ਮੈਂ ਕਿਸੇ ਨੂੰ ਚੰਗਾ ਕਹਾ ਨਾ ਕਿਸੇ ਨੂੰ ਮਾੜਾ। ਮੇਰੇ ਲਈ ਤਾਂ ਦੋਨੇ ਪੁੱਤ ਬਰਾਬਰ ਨੇ। ਕੱਲ ਉਹ ਜਾਂਦਾ ਸੀ, ਮੈਂ ਉਹਨੂੰ ਮੋੜ ਲਿਆ। ਜੇ ਤੂੰ ਜਾਂਦੀ ਹੁੰਦੀ ਮੈਂ ਤੇਰੇ ਮੂਹਰੇ ਵੀ ਹੱਥ ਬੰਨ੍ਹਦੀ। ਅੱਛਾ, ਤਾਂ ਇਹਦਾ ਮਤਲਬ ਤੁਸੀਂ ਉਹਦੇ ਅੱਗੇ ਹੱਥ ਜੋੜੇ ਨੇ। ਮੰਮੀ ਹੱਥ ਜੋੜਨ ਤੋਂ ਪਹਿਲਾਂ ਆਪਣੇ ਬਾਰੇ ਤਾਂ ਸੋਚ ਲੈਂਦੇ ਵੀ ਤੁਹਾਡੇ ਨਾਲ ਕੀ ਬਣਨਾ। ਤੂੰ ਜੋ ਕੁਝ ਕਰਨਾ ਕਰਾਉਣਾ ਨਾ ਕਰਾ ਦੇ ਰੋਜੀ। ਮੈਂ ਕੋਈ ਗਲਤ ਨਹੀਂ ਕੀਤਾ। ਮੈਂ ਆਪਣੇ ਜਵਾਕਾਂ ਨੂੰ ਰੋਕਿਆ ਹੀ ਆ। ਨਾ ਮੈਂ ਤੈਨੂੰ ਕੁਝ ਗਲਤ ਕਿਹਾ ਤੇ ਨਾ ਮੈਂ ਗੁਰਪ੍ਰੀਤ ਨੂੰ। ਤੁਸੀਂ ਸਾਨੂੰ ਕੁਝ ਕਹਿ ਵੀ ਨਹੀਂ ਸਕਦੇ ਮੰਮੀ। ਮੈਂ ਕਹਿਣਾ ਵੀ ਨਹੀਂ ਚਾਹੁੰਦੀ। ਉਹ ਜੇ ਤੂੰ ਮੇਰੇ ਤੋਂ ਗੁਰਪ੍ਰੀਤ ਨੂੰ ਬੋਲਣ ਦਾ ਅਧਿਕਾਰ ਖੋਹ ਲਿਆ ਨਾ, ਇਹਦਾ ਮਤਲਬ ਇਹ ਨਹੀਂ ਵੀ ਮੈਂ ਦੇਵ ਨੂੰ ਨਹੀਂ ਬੁਲਾਉਂਗੀ। ਉਹ ਮੇਰਾ ਪੁੱਤ ਆ, ਮੇਰੀਆਂ ਆਂਦਰਾਂ ਮੱਚਦੀਆਂ ਨੇ। ਇਹ ਤਾਂ ਮੰਮੀ ਹੁਣ ਹੋਰ ਮੱਚਣਗੀਆਂ, ਕਿਉਂਕਿ ਹੁਣ ਤੁਸੀਂ ਮੇਰੇ ਅੱਖੀਂ ਚੜ ਗਏ। ਹੁਣ ਤਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਮੇਰੇ ਤੋਂ। ਉਹ ਬਚਨ ਬਚਾਉਣ ਨੂੰ ਤੂੰ ਹੁੰਨੀ ਕੌਣ ਆ? ਉਹ ਮੈਂ ਤਾਂ ਸਿਰਫ ਆਪਣੀ ਔਲਾਦ ਕਰਕੇ ਚੁੱਪ ਆ। ਨਹੀਂ ਮਾਰ ਮਾਰ ਜਿਹੜਾ ਤੇਰਾ ਮੂੰਹ ਕਰਦਾ ਲਾਲ, ਪਤਾ ਲੱਗ ਜਾਵੇ ਸੱਸਾਂ ਹੁੰਦੀਆਂ ਕੌਣ ਨੇ। ਉਹ ਬਸ ਬਸ ਮੰਮੀ, ਦੇਵ ਤੇ ਮਿੰਦੋ ਤੁਹਾਡੇ ਮਗਰ ਲਾ ਕੇ ਵਾਪਸ ਕੀ ਆਏ? ਤੁਸੀਂ ਤਾਂ ਹਵਾ 'ਚ ਉੱਡਣ ਲੱਗ ਗਏ। ਤੁਸੀਂ ਤਾਂ ਮੇਰੇ ਨਾਲ ਬੈਸਣੇ ਲੱਗੇ। ਤੈਨੂੰ ਦੇਖ ਦੇਖ ਕੇ ਬੈਂਸਣ ਲੱਗੀਆਂ। ਨਿੱਕੀ ਨਿੱਕੀ ਗੱਲ ਹਰ ਇੱਕ ਗੁਰਪ੍ਰੀਤ ਦੇ ਕੰਨ ਵਿੱਚ ਚਾਉਨੀ ਆ। ਤੂੰ ਮਿੰਦੋ ਨੂੰ ਦੇਖ ਲੈ, ਜੇ ਉਹ ਦੇਵ ਨੂੰ ਹਰ ਇੱਕ ਗੱਲ ਦੱਸਦੀ ਹੁੰਦੀ ਨਾ, ਦੋਵਾਂ ਭਰਾਵਾਂ ਵਿੱਚ ਸਿਰ ਪੜਵਾ ਦਿੰਦੀ। ਹਰੇਕ ਗੱਲ ਤੇ ਮਿੰਦੋ ਐਂ ਕਰਦੀ ਆ, ਮਿੰਦੋ ਐਂ ਕਰਦੀ ਆ। ਉਹ ਮੰਮੀ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਮੇਰੇ ਨਾਲ ਪੰਗਾ ਲੈਣਾ ਕਿੰਨਾ ਮਹਿੰਗਾ ਪੈ ਸਕਦਾ। ਹੋਰ ਤੂੰ ਕਰ ਵੀ ਕੀ ਸਕਦੀ ਆ? ਗੁਰਪ੍ਰੀਤ ਨੂੰ ਦੱਸ ਕੇ ਲੜਾਈਓ ਪਵਾਵੇਂਗੀ ਘਰ ਦੇ ਵਿੱਚ। ਉਹ ਨਿੱਕੀਆਂ ਨਿੱਕੀਆਂ ਗੱਲਾਂ ਦੱਸ ਕੇ ਨਾ ਆਦਮੀ ਨੂੰ ਘਰ ਨਹੀਂ ਵਸਦੇ ਹੁੰਦੇ। ਉਹ ਬਹੁਤੇ ਸੁਰ ਨਾ ਸਾਥ ਨਾ ਲੈ ਕੇ ਜਾਓ। ਮੇਰੇ ਨਾਲ ਹੌਲੀ ਆਵਾਜ਼ 'ਚ ਗੱਲ ਕਰੋ। ਤੁਹਾਡੇ ਪੈਰ ਨਾ ਤੁਹਾਡਾ ਛੇਤੀ ਸਾਥ ਛੱਡ ਜਾਂਦੇ ਨੇ। ਆ ਜਿਹੜੀ ਪਿੱਛੇ ਖੜੀ ਆ, ਇਹ ਨਹੀਂ ਵਿਆਹਣੀ। ਕੀ ਮਤਲਬ ਤੇਰਾ? ਮਤਲਬ ਇਹ ਕਿ ਤੁਹਾਡੇ ਉੱਚੀ ਬੋਲਣ ਦਾ ਅਸਰ ਕਿਤੇ ਇਹਨੂੰ ਨਾ ਹੋ ਜਾਵੇ, ਹੋਰ ਨਾ ਕਿਤੇ ਚੁੰਨੀ ਚੜਾ ਕੇ ਤੋਰਨੀ ਪੈ ਜਾਵੇ। ਕਿਉਂ? ਤੁਸੀਂ ਤਾਂ ਸੋਚ ਕੇ ਚੁੱਪ ਕਰ ਗਏ। ਲੱਗ ਗਈ ਹੁਣ ਜੀਭ ਤਾਲੂਏ ਨਾਲ। ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਰੋਜੀ ਕੀ ਚੀਜ਼ ਆ। ਮੇਰੇ ਨਾਲ ਨਾ ਪੰਗੇ ਲਿਆ ਕਰੋ। ਅੱਗੇ ਤੋਂ ਨਾ ਮੇਰੇ ਮੂਹਰੇ ਬੋਲਣ ਲੱਗੇ 100 ਵਾਰੀ ਸੋਚਿਓ। ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਘਰ ਦੀ ਸਾਰੀ ਮੁਖਤਿਆਰੀ ਮੇਰੇ ਹੱਥ ਆ। ਪਰਾਂ ਹੱਥ ਨਹੀਂ। ਮੰਮੀ, ਤੁਹਾਨੂੰ ਰੋਜੀ ਭਾਬੀ ਮਿੰਟਾਂ 'ਚ ਚੁੱਪ ਕਰਾ ਗਈ। ਤੁਹਾਨੂੰ ਵੀ ਆਦਤ ਪੈ ਗਈ ਡਰਨ ਦੀ। ਉਹ ਮੈਂ ਉਹ ਨਹੀਂ ਡਰਦੀ, ਮੈਂ ਤਾਂ ਖਰੀਆਂ ਖਰੀਆਂ ਸੁਣਾਤੀਆਂ ਨਾ। ਤੂੰ ਵੀ ਤਾਂ ਪਿੱਛੇ ਖੜੀ ਸੀ, ਪੱਟ ਦਿੰਦੀ ਗੁੱਤ। ਇੱਥੇ ਤਾਂ ਕੁਝ ਹੋਇਆ ਨਹੀਂ। ਦਿਲ ਤਾਂ ਸੱਚੀ ਮੰਮੀ ਮੇਰਾ ਵੀ ਕੀਤਾ ਸੀ। 2 ਵਾਰ ਤਾਂ ਮੇਰਾ ਗੁੱਤ ਤੇ ਹੱਥ ਵੀ ਵੱਜਿਆ। ਮੇਰਾ ਜੀ ਤਾਂ ਫੜ ਕੇ ਖਿੱਚਦਾ, ਪਰ ਕੀ ਡਰ ਲੱਗਣ ਲੱਗ ਗਿਆ ਸੀ? ਨਹੀਂ, ਮੈਂ ਤਾਂ ਤੇਰੇ ਕਰਕੇ ਚੁੱਪ ਕਰ ਜਾਨੀ ਆ, ਕਿਤੇ ਤੈਨੂੰ ਮਾਰੇ ਥਾਂ ਨਾ ਵਿਆਹ ਦੇਣ। ਤੈਨੂੰ ਕੀ ਪਤਾ, ਤੇਰੀ ਮਾਂ ਦੇ ਹੱਥ ਵਾਸਤਾ ਕੁਝ ਹੈ ਹੀ ਨਹੀਂ। ਹੋਰ ਪੁੱਤ, ਦੇਵ ਦੇ ਵਿਆਹ ਤੋਂ ਬਾਅਦ ਮੇਰਾ ਤਾਂ ਚੱਕਰ ਹੀ ਨਹੀਂ ਲੱਗਿਆ। ਅੱਜ ਥੋੜੀ ਵਿਹਲੀ ਸੀ, ਮੈਂ ਕਿਹਾ ਜਾ ਕੇ ਮਿਲ ਹੀ ਆਵਾਂ। ਇਹ ਤਾਂ ਮੰਮੀ ਤੁਸੀਂ ਬਹੁਤ ਵਧੀਆ ਕੀਤਾ। ਮੈਨੂੰ ਵੀ ਨਾ ਮਾਂ ਦੀ ਬਹੁਤ ਯਾਦ ਆ ਰਹੀ ਸੀ। ਵਧੀਆ ਕੀਤਾ ਤੁਸੀਂ ਮਿਲਣ ਆ ਗਏ। ਆਉਂਦੀ ਕਿਵੇਂ ਨਾ ਪੁੱਤ, ਆਖਰ ਧੀ ਦਿੱਤੀ ਹੋਈ ਆ। ਧੀ ਨੂੰ ਚਾਹੇ ਟਾਈਮ ਨਾ ਮਿਲੇ, ਪਰ ਮਾਂ ਨੂੰ ਤਾਂ ਕੱਢਣਾ ਹੀ ਪੈਂਦਾ।
ਜੀ ਤਾਂ ਮੰਮੀ ਮੇਰਾ ਬਥੇਰਾ ਕਰਦਾ ਆਉਣ ਨੂੰ, ਪਰ ਕੀ ਕਰਾਂ, ਜਿੱਦੇ ਦਾ ਆਹ ਛੋਟਾ ਵਿਆਹ ਹੈ ਨਾ, ਮੈਨੂੰ ਤਾਂ ਘੁੰਮਣ ਘੇਰੀਆਂ ਲਿਆਂਦੀਆਂ ਪਈਆਂ ਨੇ। ਜ਼ਿੰਮੇਵਾਰੀ ਘਟਣ ਦੀ ਜਗ੍ਹਾ ਹੋਰ ਵੱਧ ਗਈ ਸਗੋਂ। ਪੁੱਤ ਜ਼ਿੰਮੇਵਾਰੀਆਂ ਤੇਰੀਆਂ ਕਾਹਦੀਆਂ ਵਧੀਆਂ? ਜ਼ਿੰਮੇਵਾਰੀਆਂ ਤਾਂ ਭੈਣ ਜੀ ਦੀਆਂ ਵਧੀਆਂ। ਵਾਹ ਮਾਸੀ ਜੀ, ਤੁਸੀਂ ਤਾਂ ਬੜੀ ਵਧੀਆ ਗੱਲ ਕਰਦੇ ਹੋ, ਬੜੇ ਸਮਝਦਾਰ ਹੋ। ਸਮਝਦਾਰ ਤਾਂ ਬਥੇਰੀ ਆ ਮੈਂ, ਤੂੰ ਹੀ ਪੁੱਛ, ਤੈਨੂੰ ਵੀ ਸਮਝਦਾਰੀ ਵਾਲਾ ਹੀ ਜਵਾਬ ਦਊਂ। ਚਲੋ ਠੀਕ ਆ ਮਾਸੀ ਜੀ, ਪੁੱਛ ਹੀ ਲੈਣੀ ਆ ਫਿਰ ਤੁਹਾਨੂੰ ਮੈਂ ਸਵਾਲ। ਜਦੋਂ ਮਾਸੀ ਜੀ ਵਿਆਹ ਹੁੰਦਾ ਤਾਂ ਜਿਹੜੇ ਜੋੜੇ ਨੂੰ ਸ਼ਗਨ ਪੈਂਦਾ, ਉਹਦਾ ਸ਼ਗਨ ਰੱਖਦਾ ਕੌਣ ਹੁੰਦਾ? ਮੇਰਾ ਮਤਲਬ ਉਹ ਸ਼ਗਨ ਦਾ ਕੀ ਕਰਦੇ ਹੁੰਦੇ ਆ? ਹੈ ਕਮਲੀ, ਇਹ ਚ ਪੁੱਛਣ ਵਾਲੀ ਕਿਹੜੀ ਗੱਲ ਹੈ? ਸ਼ਗਨ ਦਾ ਹੱਕ ਤਾਂ ਉਹਦਾ ਹੀ ਬਣਦਾ ਜਿਹਨੂੰ ਪਿਆ ਹੋਵੇ, ਯਾਨੀ ਵਿਆਹ ਵਾਲੇ ਮੁੰਡੇ ਕੁੜੀ ਦਾ। ਅੱਛਾ ਮਾਸੀ ਜੀ, ਪਰ ਮੇਰਾ ਸ਼ਗਨ ਤਾਂ ਕੀ ਤੇਰਾ ਸ਼ਗਨ? ਉਹ ਮੰਮੀ ਤੁਸੀਂ ਛੱਡੋ, ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਤੁਸੀਂ ਵੀ? ਤੂੰ ਰੋਜੀ ਇੱਕ ਮਿੰਟ ਚੁੱਪ ਕਰ, ਮੈਨੂੰ ਮਿੰਦੋ ਦੀ ਗੱਲ ਤਾਂ ਸੁਣ ਲੈਂਦੇ। ਹਾਂ ਮਿੰਦੋ, ਕੀ ਕਹਿੰਦੀ ਸੀ? ਕੀ ਤੇਰਾ ਸ਼ਗਨ? ਨਹੀਂ ਮਾਸੀ ਜੀ, ਰਹਿਣ ਹੀ ਦੋ। ਲੱਗਦਾ ਦੀਦੀ ਗੁੱਸੇ ਹੋ ਰਹੇ ਨੇ ਸ਼ਗਨ ਵਾਲੀ ਗੱਲ ਸੁਣ ਕੇ। ਨਹੀਂ ਮਿੰਦੋ, ਤੂੰ ਪੁੱਛ ਪੁੱਤ। ਮਾਸੀ ਜੀ, ਜੇ ਸ਼ਗਨ ਤੇ ਵਿਆਹ ਵਾਲੇ ਮੁੰਡੇ ਕੁੜੀ ਦਾ ਹੱਕ ਹੁੰਦਾ ਤਾਂ ਜਿਹੜਾ ਮੈਨੂੰ ਸ਼ਗਨ ਪਿਆ ਸੀ ਉਹ ਰੋਜੀ ਦੀਦੀ ਨੇ ਕਿਉਂ ਫੜਿਆ? ਰੋਜੀ ਨੇ? ਰੋਜੀ, ਤੂੰ ਨਿਆਣੇ ਦਾ ਸ਼ਗਨ ਕਿਉਂ ਫੜਿਆ? ਨਾ ਭਲਾ ਕਿੰਨਾ ਕੁ ਸ਼ਗਨ ਪਿਆ ਮਿੰਦੋ ਤੈਨੂੰ? ਹੈ ਕਿੰਨਾ ਕੁ ਇਕੱਠ ਸੀਗਾ? ਤੂੰ ਤਾਂ ਸ਼ਗਨ ਫੜਾਉਣ ਨੂੰ ਆਏ ਗਏ ਨਹੀਂ ਆ ਵੀ ਪਤਾ ਨਹੀਂ ਕਿੰਨਾ ਜ਼ਿਆਦਾ ਤੈਨੂੰ ਸ਼ਗਨ ਪੈ ਗਿਆ ਹੁੰਦਾ। ਦੇਖ ਪੁੱਤ, ਚਾਹੇ ਘੱਟ ਸੀ ਚਾਹੇ ਵੱਧ ਸੀ, ਤੈਨੂੰ ਫੜਨਾ ਹੀ ਨਹੀਂ ਚਾਹੀਦਾ ਸੀ। ਜੇ ਤੂੰ ਫੜ ਹੀ ਲਿਆ ਸੀ ਤਾਂ ਇਹਨਾਂ ਨੂੰ ਕੋਈ ਚੀਜ਼ ਬਣਵਾ ਦਿੰਦੀ। ਮੰਮੀ ਮੈਂ ਕਿਹੜਾ ਆਪਦੇ ਵਾਸਤੇ ਫੜਿਆ ਸੀ? ਉਸ ਟਾਈਮ ਘਰ 'ਚ ਲੋੜ ਸੀ ਤਾਂ ਫੜਿਆ ਸੀ ਸ਼ਗਨ। ਐਡੀ ਕੀ ਜ਼ਰੂਰਤ ਸੀ ਜਿਹੜੀ ਨਵੀਂ ਵਿਆਹੀ ਦਾ ਸ਼ਗਨ ਫੜ ਲਿਆ? ਚੱਲ ਜਾ ਲਿਆ ਕੇ ਦੇ ਸ਼ਗਨ ਉਹਨੂੰ। ਤੁਸੀਂ ਤਾਂ ਐਂ ਕਹਿੰਦੇ ਹੋ ਮੰਮੀ ਜਿਵੇਂ ਉਹ ਸ਼ਗਨ ਹਜੇ ਤੱਕ ਮੇਰੇ ਕੋਲ ਅਲਮਾਰੀ 'ਚ ਸਾਂਭਿਆ ਪਿਆ, ਉਹ ਤਾਂ ਕਦੋਂ ਦਾ ਚੱਲ ਗਿਆ। ਨਾ ਪੁੱਤ, ਐਦਾਂ ਨਹੀਂ ਕਰੀਦਾ। ਤੈਨੂੰ ਪਤਾ ਤਾਂ ਹੋਣਾ ਹੀ ਆ ਕਿੰਨਾ ਕੁ ਸ਼ਗਨ ਆ। ਜਾ ਕੇ ਅਲਮਾਰੀ 'ਚ ਲਿਆ ਦੇ। ਤੁਸੀਂ ਵੀ ਨਾ ਮੰਮੀ ਇੱਕ ਗੱਲ ਦੇ ਮਗਰੇ ਪੈ ਜਾਂਦੇ ਹੋ। ਕੋਈ ਨਹੀਂ, ਮੈਂ ਉਹਨੂੰ ਆਪੇ ਦੇ ਦੂੰਗੀ ਬਾਅਦ 'ਚ। ਬਾਅਦ ਚੋਂ ਕਿਉਂ? ਚੱਲ ਹੁਣੇ ਲੈ ਕੇ ਆ। ਭੈਣ ਜੀ, ਤੁਸੀਂ ਰੋਕਿਆ ਕਿਉਂ ਨੀ ਰੋਜੀ ਨੂੰ? ਇਹ ਤਾਂ ਉਹਨੇ ਬਹੁਤ ਗਲਤ ਕੰਮ ਕੀਤਾ ਜਿਹੜਾ ਸ਼ਗਨ ਫੜ ਲਿਆ। ਭੈਣ ਜੀ ਤੁਸੀਂ ਆਪੇ ਸਿਆਣੇ ਹੋ, ਤੁਹਾਨੂੰ ਸਾਰਾ ਹੀ ਪਤਾ। ਮੇਰੇ ਕਹੇ ਤੇ ਕਿੰਨਾ ਕੁ ਰੁਕਦੀ ਆ ਉਹ। ਮੇਰੀ ਮਾਂ ਨੂੰ ਹੀ ਨਹੀਂ ਅਕਲ, ਜਿਹਨੂੰ ਮੈਂ ਇਸ਼ਾਰਿਆਂ ਤੇ ਨਚਾਉਣੀ ਆ ਉਹਨੇ ਸ਼ਹਿ ਦੇਈ ਜਾਂਦੀ ਆ। ਉਹਦੇ ਅੱਗੇ ਮੈਨੂੰ ਹੀ ਨੀਚਾ ਦਿਖਾਉਣ ਲੱਗੀ ਹੋਈ ਆ। ਕਹਿੰਦੇ ਨੇ ਜੇ ਮਾਂ ਪਿਓ ਚੰਗੇ ਸੰਸਕਾਰ ਦੇਵੇ ਧੀ ਪੁੱਤ ਨੂੰ ਤਾਂ ਧੀ ਪੁੱਤ ਲਾਇਕ ਨਿਕਲਦਾ। ਤੁਸੀਂ ਕਿੰਨੀਆਂ ਸਿਆਣੀਆਂ ਗੱਲਾਂ ਕਰਦੇ ਹੋ ਭੈਣ ਜੀ। ਰੋਜੀ ਪਤਾ ਨਹੀਂ ਕਿਉਂ ਨਿਆਣਪਣਾ ਵਰਤ ਜਾਂਦੀ ਹੈ। ਕੋਈ ਨਾ ਭੈਣ ਜੀ, ਹੈ ਤਾਂ ਨਿਆਣੀ ਹੋਈ ਨਾ। ਜੇ ਮਨਪ੍ਰੀਤ ਕੋਈ ਗਲਤੀ ਕਰਦੀ ਆ ਉਹਨੂੰ ਵੀ ਤਾਂ ਪਿਆਰ ਨਾਲ ਸਮਝਾਉਂਦੇ ਹੀ ਹੋਣਾ। ਏਦਾਂ ਹੀ ਰੋਜੀ ਤੁਹਾਡੀ ਧੀ ਆ, ਉਹਨੂੰ ਵੀ ਸਮਝਾ ਲਿਆ ਕਰੋ। थैंक यू दीदी, थैंक यू मासी जी। मैं ना पैसे साम के आई। ਦੇਖ ਪੁੱਤ, ਐਦਾਂ ਨਹੀਂ ਕਰੀਦਾ। ਨਵੀਂ ਵਿਆਹੀ ਆਓ, ਜਿੱਦਾਂ ਤੂੰ ਚੱਲੇਂਗੀ ਤੈਨੂੰ ਦੇਖ ਦੇਖ ਕੇ ਉਦਾਂ ਹੀ ਚੱਲਣਾ ਉਹਨੇ। ਐ ਕਰੋ ਭੈਣ ਜੀ, ਤੁਸੀਂ ਮਾਵਾਂ ਧੀਆਂ ਗੱਲਾਂ ਕਰੋ, ਮੈਂ ਆਉਣੀ। ਆ ਗਿਆ ਤੁਹਾਨੂੰ ਸਵਾਲ ਆਪਦੀ ਵੀ ਧੀ ਦੀ ਬੇਇੱਜ਼ਤੀ ਕਰਾ ਕੇ। ਜੇ ਇੰਨਾ ਗੱਲਾਂ ਨਾਲ ਤੇਰੀ ਬੇਇੱਜ਼ਤੀ ਹੁੰਦੀ ਹੈ ਨਾ, ਫਿਰ ਤਾਂ ਤੈਨੂੰ ਪਤਾ ਹੀ ਨਹੀਂ ਕਿ ਬੇਇੱਜ਼ਤੀ ਕਹਿੰਦੇ ਕਿਹਨੂੰ ਆ। ਮੰਮੀ ਮੈਨੂੰ ਸਾਰਾ ਹੀ ਪਤਾ। ਤੁਸੀਂ ਨਾ ਚੰਗੇ ਬਣਨ ਦੇ ਚੱਕਰਾਂ 'ਚ ਮੇਰੀ ਉਹ ਦਰਾਣੀ ਸਾਹਮਣੇ ਮੇਰੀ ਉਹ ਨੱਕ ਵੜਾ ਕੇ ਧਰਤੀ। ਤੁਸੀਂ ਤਾਂ ਮੇਰੀ ਮਾਂ ਹੋ ਕੇ ਮੇਰੀਆਂ ਜੜ੍ਹਾਂ ਪੱਟਣ ਲੱਗੇ ਹੋਏ ਹੋ। ਇਹ ਤਾਂ ਮੰਮੀ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਣੀ ਹੈ ਨਾ, ਜਿਹੜਾ ਤੁਸੀਂ ਆਪਦੀ ਧੀ ਦੇ ਪੈਰਾਂ ਥੱਲੋਂ ਜ਼ਮੀਨ ਕੱਢਣ ਲੱਗੇ ਹੋਏ ਹੋ। ਨਾ ਉਹ ਸ਼ਗਨ ਫੜਨਾ ਤੇਰੇ ਲਈ ਮਾਣ ਦੀ ਗੱਲ ਸੀ। ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਵੀ ਰੋਜੀ ਸੁਧਰ ਜਾ ਸੁਧਰ ਜਾ, ਪਰ ਤੂੰ ਮੇਰੀ ਗੱਲ ਨਹੀਂ ਮੰਨਦੀ। ਉਹ ਤੂੰ ਨੱਕ ਵੜਾਉਣ ਦੀ ਗੱਲ ਕਰਦੀ ਆ। ਨੱਕ ਤਾਂ ਮੇਰਾ ਵੱਢਿਆ ਗਿਆ, ਉਹ ਵੀ ਤੇਰੇ ਸਹੁਰਿਆਂ ਦੇ ਸਾਹਮਣੇ। ਅਗਲਾ ਕਹਿੰਦਾ ਹੋ ਆਪਣੀ ਧੀ ਨੂੰ ਇਹਨੇ ਇਹੀ ਕੁਝ ਸਿਖਾਇਆ।
ਬਸ ਕਰੋ ਮੰਮੀ, ਤੁਹਾਨੂੰ ਪਤਾ ਵੀ ਆ ਮੈਂ ਕਿੰਨੀ ਮਿਹਨਤ ਕੀਤੀ ਹੈ ਸਾਰਾ ਕੁਝ ਆਪਣੇ ਹੱਥ 'ਚ ਲੈਣ ਲਈ, ਤੇ ਹੁਣ ਜਦੋਂ ਸਾਰਾ ਕੁਝ ਮੇਰੇ ਹੱਥ ਹੇਠ ਆ ਗਿਆ ਤਾਂ ਤੁਸੀਂ ਮੇਰਾ ਨੁਕਸਾਨ ਕਰਾਉਣ ਲੱਗੇ ਹੋਏ ਹੋ। ਨੀ ਰੋਜੀ, ਤੂੰ ਕਿਉਂ ਕਮਲੀ ਹੋਈ ਆ? ਤੂੰ ਸਾਰਾ ਕੁਝ ਹਿੱਕ ਤੇ ਰੱਖ ਕੇ ਲੈ ਜਾਣਾ? 4 ਦਿਨ ਦੀ ਜ਼ਿੰਦਗੀ ਆ, ਹੱਸ ਕੇ ਕੱਢ ਲੋ। ਤੂੰ ਕਿਉਂ ਜਿੱਦਾਂ ਫੜੀਆਂ ਹੋਈਆਂ? ਮੰਮੀ ਸਾਰਾ ਘਰ ਤੇ ਸਾਰੇ ਘਰ ਦੇ ਮੈਂਬਰ ਮੇਰੇ ਇਸ਼ਾਰਿਆਂ ਤੇ ਨੱਚਦੇ ਆ। ਇੱਥੇ ਮੇਰੀ ਮਾਂ ਨੇ ਖੁਸ਼ ਤਾਂ ਕੀ ਹੋਣਾ, ਉਲਟਾ ਇਹਨੂੰ ਤਕਲੀਫ ਹੋਈ ਪਈ ਆ। ਹਾਂ, ਹੁੰਦੀ ਆ ਤਕਲੀਫ, ਕਿਉਂਕਿ ਕੋਈ ਮਾਂ ਨਹੀਂ ਚਾਹੁੰਦੀ ਕਿ ਉਹਦਾ ਬੱਚਾ ਗਲਤ ਰਾਹ ਤੇ ਚੱਲੇ, ਤੇ ਤੂੰ ਗਲਤ ਰਾਹ ਤੇ ਚੱਲਦੀ ਪਈ ਆ। ਇਹ ਤਾਂ ਤੇਰੀ ਕਿਸਮਤ ਚੰਗੀ ਆ, ਤੈਨੂੰ ਸੱਸ ਚੰਗੀ ਮਿਲੀ ਹੋਈ ਆ, ਨਹੀਂ ਤੇ ਜਿਹੋ ਜਿਹਾ ਕੁਝ ਤੂੰ ਕਰਦੀ ਆ ਨਾ, ਤੈਨੂੰ ਪਤਾ ਵੀ ਨਹੀਂ ਸੱਸਾਂ ਕੀ ਕੁਝ ਕਰ ਜਾਂਦੀਆਂ ਨੇ। ਹੁਣ ਹੋ ਜਾ ਮੇਰੀ ਸੱਸ ਵੱਲ ਨੂੰ, ਉਹ ਕਿੰਨੀ ਕੁ ਚੰਗੀ ਆ ਮੈਨੂੰ ਪਤਾ ਹੀ ਆ। ਜਿਹੜਾ ਨਾਲ ਰਹਿੰਦਾ ਨਾ ਉਹਨੂੰ ਵੱਧ ਪਤਾ ਹੁੰਦਾ, ਤੁਹਾਡੇ ਵੱਲੋਂ ਨਾ ਕੋਈ ਕਮੀ ਰਹਿ ਜਾਵੇ। ਹਾਂ ਪੁੱਤ, ਕਮੀ ਤਾਂ ਮੇਰੇ ਕੰਨਿਓ ਰਹਿ ਗਈ, ਜਿਹੜੀ ਮੈਂ ਤੈਨੂੰ ਕੁਝ ਸਿਖਾ ਨਾ ਸਕੀ। ਉਹ ਜਿਹੜੀ ਆਪਣੀ ਮਾਂ ਨੂੰ ਇੰਨਾ ਕੁਝ ਬੋਲੀ ਜਾਂਦੀ ਆ, ਬਗਾਨੀ ਮਾਂ ਨੂੰ ਬੋਲਣਾ ਤਾਂ ਉਹਦੇ ਵਾਸਤੇ ਬਹੁਤ ਸੌਖਾ। ਮੰਮੀ ਗੁੱਸਾ ਨਾ ਕਰਿਓ, ਜੇ ਤੁਸੀਂ ਮੇਰੇ ਘਰੇ ਆ ਕੇ ਨਾ ਮੈਨੂੰ ਹੀ ਮੇਰੀ ਦਰਾਣੀ ਤੇ ਸੱਸ ਅੱਗੇ ਨੀਚਾ ਦਿਖਾਉਣਾ, ਫਿਰ ਤੁਸੀਂ ਇੱਥੇ ਨਾ ਆਇਆ ਕਰੋ, ਮੈਂ ਆਪੇ ਆ ਕੇ ਤੁਹਾਨੂੰ ਉੱਥੇ ਮਿਲ ਜਾਇਆ ਕਰੂੰ। ਬੜੀ ਮੁਸ਼ਕਲ ਨਾਲ ਮੈਂ ਇੰਨੇ ਪੈਸੇ ਜਮ੍ਹਾਂ ਕੀਤੇ ਸੀ, ਆ ਭੋਰਾ ਕੇ ਰਹਿ ਗਏ। ਸਾਰੀ ਗਲਤੀ ਹੋਈ ਮੇਰੀ ਮਾਂ ਦੀ ਆ, ਜਿਹੜੇ ਮਿੰਦੋ ਨੂੰ ਪੈਸੇ ਦਵਾਤੇ। ਉਹ ਵੀ ਪੈਸੇ ਲੈ ਕੇ ਬਾਹਲੀ ਖੁਸ਼ ਹੋ ਗਈ ਹੋਣੀ ਆ। ਕੋਈ ਨਹੀਂ ਮਿੰਦੋ, ਹੋਲਾ ਕਿੰਨੀ ਕੁ ਦੇਰ ਖੁਸ਼ ਹੋ ਲੇਗੀ, ਤੈਨੂੰ ਜ਼ਿਆਦਾ ਦੇਰ ਨਹੀਂ ਮੈਂ ਖੁਸ਼ ਰਹਿਣ ਦਿੰਦੀ। ਬਥੇਰੀ ਚੌਧਰ ਘੋੜ ਲਈ ਤੂੰ ਮੇਰੀ ਮਾਂ ਦੇ ਸਾਹਮਣੇ। ਹੁਣ ਜਿਹੜੇ ਪੈਸੇ ਮੈਂ ਤੈਨੂੰ ਫੜਾਏ ਨੇ ਨਾ, ਵਾਪਸ ਮੈਨੂੰ ਇੱਧਰ ਫੜਾ ਦੇ। ਇੰਨੀ ਆਕੜ, ਐ ਤਾਂ ਮੈਨੂੰ ਪੱਕਾ ਪਤਾ ਸੀ ਵੀ ਤੁਸੀਂ ਮੇਰੇ ਕੋਲ ਆਓਗੇ ਤੇ ਆ ਕੇ ਪੈਸੇ ਮੰਗੋਗੇ, ਪਰ ਇਹ ਨਹੀਂ ਸੀ ਪਤਾ ਆਉਣ ਸਾਰੀ ਹੱਥ ਅੱਡ ਲੋਗੇ। ਮੇਰੇ ਨਾਲ ਨਾ ਬਾਹਲੀ ਜ਼ਬਾਨ ਨਾ ਲੜਾ, ਤੈਨੂੰ ਜਿਹੜੀ ਗੱਲ ਕਹੀ ਆ ਉਹ ਕਰ। ਪੈਸੇ ਫੜਾ ਇੱਧਰ। ਪੈਸੇ ਤਾਂ ਭੁੱਲ ਜਾਓ, ਮੇਰੇ ਕੋਲ ਤੁਹਾਨੂੰ ਦੇਣ ਲਈ ਫੁੱਟੀ ਕੋੜੀ ਵੀ ਨਹੀਂ। ਜ਼ਿਆਦਾ ਨਾ ਚਲਾਕ ਨਾ ਬਣ, ਤੈਨੂੰ ਹੁਣੇ ਮੈਂ ਆਪਣੀ ਮਾਂ ਦੇ ਸਾਹਮਣੇ ਪੈਸੇ ਦੇ ਕੇ ਹਟੀਆਂ ਤੇ ਤੂੰ ਇੰਨੀ ਛੇਤੀ ਮੁੱਕਰਨ ਲੱਗੀ ਆ। ਬੜੇ ਬੇਸ਼ਰਮ ਹੋ ਤੁਸੀਂ। ਉਹ ਤੁਹਾਡੀ ਮੰਮੀ ਨੇ ਤੁਹਾਡੀ ਇੰਨੀ ਲਾਪਾ ਕੀਤੀ ਆ, ਉਹ ਵੀ ਸਾਡੇ ਸਾਹਮਣੇ ਖੜੇ ਪੈਰੀ ਨਾਲ ਸ਼ਗਨ ਮੰਗਵਾ ਕੇ ਮੈਨੂੰ ਵਾਪਸ ਕੀਤਾ, ਪਰ ਤੁਸੀਂ, ਤੁਹਾਡੇ ਕੰਨ ਤੇ ਤਾਂ ਜੂ ਨਹੀਂ ਸਰਕੀ। ਮੇਰੇ ਕੰਨ ਤੇ ਨਾ ਕਦੇ ਜੂੰ ਸਰਕੀ ਆ ਤੇ ਨਾ ਮੈਂ ਸਰਕਣ ਦੇਵਾਂ। ਤੇ ਰਹੀ ਗੱਲ ਮੇਰੀ ਮਾਂ ਦੀ, ਉਹ ਮੈਨੂੰ ਚਾਹੇ ਜੋ ਕੁਝ ਮਰਜ਼ੀ ਕਰੇ, ਤੈਨੂੰ ਕੀ ਪ੍ਰੋਬਲਮ ਆ? I don't have any problem ਦੀਦੀ। ਮੈਂ ਤਾਂ ਸਭ ਦੀ ਬਹੁਤ ਖੁਸ਼ ਆ ਤੇ ਤੁਹਾਡੀ ਮੰਮੀ ਦੇ ਮਾਣ ਮਹਿਸੂਸ ਕਰਦੀ ਆ ਵੀ ਉਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਕੇ ਗਏ ਨੇ। ਮੇਰੀ ਮੰਮੀ ਤਾਂ ਬਹੁਤ ਭੋਲੀ ਆ, ਉਹ ਅਣਜਾਣ ਪੁਣੇ 'ਚ ਗਲਤੀ ਕਰ ਗਈ, ਪਰ ਮੈਂ ਗਲਤੀ ਨਹੀਂ ਕਰਦੀ। ਪੈਸੇ ਕੱਢ ਇੱਧਰ। ਇੰਨੀ ਨਰਮ ਵੀ ਨਹੀਂ ਮਿੰਦੋ ਵੀ ਤੋਂ ਡਰ ਕੇ ਤੁਹਾਨੂੰ ਪੈਸੇ ਕੱਢ ਕੇ ਫੜਾ ਦੂਗੀ। ਪੈਸੇ ਤਾਂ ਨਹੀਂ ਤੁਹਾਨੂੰ ਮਿਲਣੇ। ਜਾਓ ਜਾ ਕੇ ਆਪਣਾ ਕੰਮ ਕਰੋ ਤੇ ਮੈਨੂੰ ਵੀ ਕਰਨ ਦਿਓ। ਓਏ ਹੋਏ ਹੋਏ, ਇੰਨਾ ਗੁੱਸਾ, ਇਹਦੇ ਵਿਚਾਰੇ ਦਾ ਕੀ ਕਸੂਰ ਆ? ਕਦੇ ਵੀਰ ਜੀ ਭੰਨ ਜਾਂਦੇ ਆ, ਕਦੇ ਭੈਣ ਜੀ ਭੰਨ ਜਾਂਦੇ ਆ। ਇਹਨੂੰ ਵਿਚਾਰੇ ਨੂੰ ਬੰਦ ਕਰਾਂ, ਇਹ ਤਾਂ ਬਚੇ।